ਪਿਆਰੇ ਦਰਸ਼ਕੋ, ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਅਤੇ ਪਰਮੇਸ਼ਰ ਦੇ ਵਚਨਾਂ ਦਾ ਆਨੰਦ ਮਾਣ ਰਹੇ ਹੋਵੋਗੇ। ਅਸੀਂ ਪਰਮੇਸ਼ਰ ਪਿਤਾ ਦੇ ਅਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਇੱਕ ਵਾਰ ਫੇਰ ਤੋਂ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅਸੀਂ ਇੱਕ ਵਾਰ ਫੇਰ ਤੋਂ ਤੁਹਾਡੇ ਵਿੱਚ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਆਏ ਹਾਂ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 3 ਅਧਿਆਏ ਦੇ ਵਚਨਾਂ ਉੱਤੇ ਗੌਰ ਕਰ ਰਹੇ ਸੀ। ਇਸ ਦੇ ਵਿੱਚ ਅਸੀਂ ਈਸ਼ਵਰੀ ਸੰਭਾਲ ਬਾਰੇ ਜਾਣਿਆ ਸੀ। ਅਸੀਂ ਪਰਮੇਸ਼ਰ ਦੇ 3 ਵਿਸ਼ਵਾਸ ਦੇ ਯੋਧਿਆਂ ਬਾਰੇ ਯਾਨੀ ਕਿ ਸ਼ਦਰਕ, ਮੇਸ਼ਕ, ਓਬੇਦਨਗੋ ਦੇ ਬਾਰੇ ਜਾਣਿਆ, ਜਿਹੜੇ ਪਰਮੇਸ਼ਰ ਦੇ ਉੱਤੇ ਇੰਨਾ ਜ਼ਿਆਦਾ ਵਿਸ਼ਵਾਸ ਕਰਦੇ ਸਨ ਕਿ ਉਹਦੀ ਮਰਜ਼ੀ ਦੇ ਖਿਲਾਫ ਨਹੀਂ ਗਏ ਅਤੇ ਰਾਜੇ ਨਬੂਕਦਨੇਸਰ ਦੀ ਮੂਰਤੀ ਦੇ ਅੱਗੇ ਝੁਕ ਕੇ ਉਸ ਨੂੰ ਸਜਦਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਦਾ ਨਤੀਜਾ ਇਹ ਹੋਇਆ ਕਿ ਰਾਜੇ ਦਾ ਕ੍ਰੋਧ ਉਹਨਾਂ ਦੇ ਉੱਤੇ ਭੜਕ ਗਿਆ ਅਤੇ ਉਹਨੇ ਉਹਨਾਂ ਨੂੰ ਅੱਗ ਦੀ ਬਲਦੀ ਹੋਈ ਭੱਠੀ ਦੇ ਵਿੱਚ ਸਿੱਟ ਦਿੱਤਾ। ਪਰ ਪਰਮੇਸ਼ਰ ਨੇ ਉਹਨਾਂ ਨੂੰ ਉੱਥੇ ਕੋਈ ਆਂਚ ਆਣ ਨਾ ਦਿੱਤੀ, ਸਗੋਂ ਉਹਨਾਂ ਨੂੰ ਅੱਗ ਦੀ ਭੱਠੀ ਵਿੱਚੋਂ ਸकुशल ਵਾਪਸ ਕੱਢ ਲਿਆ। ਦੋਸਤੋ, ਅਸੀਂ ਉਹਨਾਂ ਦੇ ਜੀਵਨਾਂ ਦੇ ਰਾਹੀਂ ਵਿਸ਼ਵਾਸ ਦੇ ਨਤੀਜਿਆਂ ਨੂੰ ਵੇਖਿਆ। ਅਸੀਂ ਵੇਖਿਆ ਕਿ ਪਰਮੇਸ਼ਰ ਸਾਡੇ ਵੈਰੀਆਂ ਨੂੰ ਸਜ਼ਾ ਦਿੰਦਾ ਹੈ ਅਤੇ ਆਪਣੇ ਲੋਕਾਂ ਨੂੰ ਮੌਤ ਦੇ ਬੰਧਨਾਂ ਤੋਂ ਵੀ ਆਜ਼ਾਦ ਕਰ ਦਿੰਦਾ ਹੈ। ਉਮੀਦ ਹੈ ਕਿ ਤੁਸੀਂ ਉਸ ਪ੍ਰੋਗਰਾਮ ਦਾ ਲਾਭ ਪ੍ਰਾਪਤ ਕੀਤਾ ਹੋਵੇਗਾ। ਦੋਸਤੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 4ਥੇ ਅਧਿਆਏ ਦਾ ਅਧਿਐਨ ਕਰਾਂਗੇ। ਇਸ ਦੀ ਰੂਪਰੇਖਾ ਇਸ ਪ੍ਰਕਾਰ ਹੈ। ਇਸ ਦੇ ਅਧੀਨ ਅਸੀਂ ਜਿਹੜੇ ਬਿੰਦੂ ਛੂਹਾਂਗੇ ਉਹ ਹਨ: ਨੰਬਰ 1, ਇਹ ਕਹਾਣੀ ਦਾ ਕਾਰਨ; ਨੰਬਰ 2, ਸੁਪਨੇ ਦੀ ਪ੍ਰਾਪਤੀ; ਨੰਬਰ 3, ਸੁਪਨੇ ਦੀ ਪੁਨਰਾਵ੍ਰਿਤੀ; ਨੰਬਰ 4, ਸੁਪਨੇ ਦਾ ਪ੍ਰਕਾਸ਼ਨ; ਨੰਬਰ 5, ਸੁਪਨੇ ਦੀ ਸਮਝ; ਨੰਬਰ 6, ਰਾਜੇ ਦੀ ਬਹਾਲੀ ਅਤੇ ਅਖੀਰ ਦੇ ਵਿੱਚ ਨੰਬਰ 7, ਸਾਰ ਦੇ ਉੱਤੇ ਗੌਰ ਕਰਾਂਗੇ। ਦੋਸਤੋ, ਆਓ ਫਿਰ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਚੱਲੀਏ। ਸਰੋਤਾ ਦੋਸਤੋ, ਅੱਜ ਦੇ ਇਸ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਇਸ ਕਹਾਣੀ ਦਾ ਕਾਰਨ। 4 ਅਧਿਆਏ ਦਾਨੀਏਲ 1 ਵਚਨ ਤੋਂ ਲੈ ਕੇ 3 ਵਚਨ ਤੱਕ। ਭਾਗ ਊੜਾ ਇੱਕ ਸਰਵ ਵਿਆਪਕ ਕਥਨ ਸੀ। ਭਾਗ ਐੜਾ ਇੱਕ ਵਿਅਕਤੀਗਤ ਕਥਨ ਸੀ। ਭਾਗ ਈੜੀ ਇੱਕ ਉਤਸ਼ਾਹੀ ਕਥਨ ਸੀ। ਨੰਬਰ 2, ਸੁਪਨੇ ਦੀ ਪ੍ਰਾਪਤੀ। ਦਾਨੀਏਲ 4 ਅਧਿਆਏ 4 ਵਚਨ ਤੋਂ ਲੈ ਕੇ 9 ਵਚਨ ਤੱਕ। ਨੰਬਰ 3, ਸੁਪਨੇ ਦੀ ਪੁਨਰਵਿਰਤੀ। ਦਾਨੀਏਲ 4 ਅਧਿਆਏ 10 ਵਚਨ ਤੋਂ ਲੈ ਕੇ 18 ਵਚਨ ਤੱਕ। ਭਾਗ ਊੜਾ ਵੱਡਾ ਸ਼ਾਨਦਾਰ ਦਰਖਤ। ਭਾਗ ਐੜਾ ਸਵਰਗ ਤੋਂ ਫਰਮਾਨ। ਨੰਬਰ 4, ਸੁਪਨੇ ਦਾ ਪ੍ਰਕਾਸ਼ਨ। ਅਧਿਆਏ 4 19 ਵਚਨ ਤੋਂ ਲੈ ਕੇ 27 ਵਚਨ ਤੱਕ। ਭਾਗ ਊੜਾ ਪਰਮੇਸ਼ਵਰ ਨੇ ਨਬੂਕਦਨੇਜ਼ਰ ਨੂੰ ਚੇਤਾਵਨੀ ਦੇਣ ਲਈ ਸਵਰਗਦੂਤ ਭੇਜਿਆ। ਭਾਗ ਐੜਾ ਪਰਮੇਸ਼ਰ ਨੇ ਉਹਨੂੰ ਮੌਕਾ ਦਿੱਤਾ ਕਿ ਉਹ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਬਦਲ ਦੇਵੇ। ਭਾਗ ਈੜੀ ਪਰਮੇਸ਼ਰ ਨੇ ਉਹਨੂੰ ਸਮਝਾਇਆ ਕਿ ਉਹ ਪਛਤਾਪ ਕਰੇ ਅਤੇ ਨਿਉਂ ਤੋਂ ਬਚ ਜਾਏ। ਭਾਗ ਸੱਸਾ ਪਰਮੇਸ਼ਰ ਨੇ ਦੰਡ ਦੇਣ ਦੇ ਸਮੇਂ ਸੀਮਤ ਕੀਤਾ। ਭਾਗ ਹਾਹਾ ਰਾਜੇ ਦੇ ਰਾਜ ਦੀ ਬਹਾਲੀ ਦਾ ਵਾਅਦਾ। ਨੰਬਰ 5, ਸੁਪਨੇ ਦੀ ਸਮਝ। ਦਾਨੀਏਲ 4 ਅਧਿਆਏ 28 ਵਚਨ ਤੋਂ ਲੈ ਕੇ 23 ਵਚਨ। ਨੰਬਰ 6, ਰਾਜੇ ਦੀ ਬਹਾਲੀ। ਦਾਨੀਏਲ 4 ਅਧਿਆਏ 34 ਵਚਨ ਤੋਂ ਲੈ ਕੇ 37 ਵਚਨ ਤੱਕ। ਸਾਰ: ਜੇ ਤੁਸੀਂ ਮੈਨੂੰ ਪੁੱਛੋ ਕਿ ਸਾਰੇ ਪਾਪਾਂ ਦਾ ਮੁੱਢਲਾ ਪਾਪ ਕੀ ਹੈ, ਤਾਂ ਮੈਂ ਬਿਨਾਂ ਝਿਜਕ ਇਹ ਆਖਾਂਗਾ ਕਿ ਉਹ ਹੈ ਘਮੰਡ ਕਰਨ ਦਾ ਪਾਪ। ਇਹ ਉਹ ਪਾਪ ਹੈ ਜਿਸ ਦੀ ਸ਼ੁਰੂਆਤ ਪਾਪ ਤੋਂ ਹੋਈ, ਜਦ ਸ਼ੈਤਾਨ ਨੇ ਆਖਿਆ, ਮੈਂ ਅਤ ਮਹਾਨ ਪਰਮੇਸ਼ਰ ਦੇ ਤੁੱਲ ਹੋ ਜਾਵਾਂਗਾ। ਇਹ ਹੀ ਉਹ ਪਾਪ ਹੈ ਜਿਹੜਾ ਸਾਰੇ ਪਾਪਾਂ ਦਾ ਮੁੱਢ ਹੈ, ਜਿਨ੍ਹਾਂ ਨੂੰ ਤੁਸੀਂ ਅਤੇ ਮੈਂ ਜਾਣਦੇ ਹਾਂ। ਆਪਣੇ ਆਪ ਦਾ ਮੁੱਲ ਪਾਉਣਾ ਹੀ ਘਮੰਡ ਹੈ। ਆਪਣੇ ਆਪ ਦਾ ਮੁੱਲ ਪਾਉਣਾ ਸਾਨੂੰ ਇਹ ਦੱਸਦਾ ਹੈ, ਮੈਂ ਚਾਹੁੰਦਾ ਹਾਂ ਕਿ ਲੋਕ ਮੈਨੂੰ ਸਵੀਕਾਰ ਕਰਨ। ਇਸ ਦੇ ਬਾਅਦ ਵੀ, ਜਦ ਕਿ ਮੈਂ ਜਾਣਦਾ ਹਾਂ ਮੈਂ ਉਹ ਨਹੀਂ ਹਾਂ, ਮੈਂ ਚਾਹੁੰਦਾ ਹਾਂ ਕਿ ਲੋਕ ਮੇਰੇ ਵੱਲ ਧਿਆਨ ਦੇਣ, ਮੇਰੀ ਪ੍ਰਸ਼ੰਸਾ ਕਰਨ, ਮੇਰੀ ਚਾਪਲੂਸੀ ਕਰਨ ਅਤੇ ਮੇਰੀ ਕੀਮਤ ਨੂੰ ਸਮਝਣ, ਮੇਰੀ ਪ੍ਰਸਿੱਧੀ ਦੀ ਮਹੱਤਤਾ ਨੂੰ ਸਮਝਣ ਅਤੇ ਉਸ ਦਾ ਆਦਰ ਕਰਨ।
ਭਾਵੇਂ ਮੈਂ ਉਸ ਯੋਗ ਨਾ ਹੋਵਾਂ। ਮੈਂ ਚਾਹੁੰਦਾ ਹਾਂ ਕਿ ਲੋਕ ਇਸ ਤਰ੍ਹਾਂ ਹੀ ਕਰਨ ਕਿਉਂਕਿ ਮੈਂ ਆਪਣੀ ਕੀਮਤ ਨੂੰ ਸਥਾਪਿਤ ਕੀਤਾ ਹੈ, ਜਦ ਕਿ ਮੈਂ ਆਪਣੇ ਦਿਲ ਵਿੱਚ ਜਾਣਦਾ ਹਾਂ ਕਿ ਮੈਂ ਇਸ ਯੋਗ ਨਹੀਂ ਹਾਂ। ਘਮੰਡ ਦੇ ਬਾਰੇ ਨਿਚੋੜ ਇਹ ਹੈ: ਪਰਮੇਸ਼ਰ ਦੇ ਸਾਹਮਣੇ ਆਪਣੇ ਆਪ ਦਾ ਇਨਕਾਰ ਕਰਨਾ, ਜਿਸ ਤਰ੍ਹਾਂ ਕਿ ਪਰਮੇਸ਼ਰ ਤੁਹਾਨੂੰ ਅਸਲ ਵਿੱਚ ਵੇਖਦਾ ਹੈ। ਪਿਛਲੇ ਹਫ਼ਤੇ ਮੈਂ ਸ਼ਾਸਤਰ ਨੂੰ ਪੜ੍ਹ ਰਿਹਾ ਸੀ ਤਾਂ ਮੈਨੂੰ ਘਮੰਡ ਦੇ ਵਿਰੁੱਧ ਪਰਮੇਸ਼ਰ ਦੀ ਚੇਤਾਵਨੀ ਬਾਰੇ ਚੰਗੀ ਤਰ੍ਹਾਂ ਧਿਆਨ ਆਇਆ। ਕਹਾਵਤਾਂ ਦੀ ਕਿਤਾਬ ਘਮੰਡ ਦੇ ਵਿਰੁੱਧ ਪਰਮੇਸ਼ਰ ਦੀ ਚੇਤਾਵਨੀ ਦੇ ਨਾਲ ਭਰੀ ਹੋਈ ਹੈ। ਜਿਸ ਤਰ੍ਹਾਂ ਕਹਾਵਤਾਂ 21 ਦੇ 4 ਵਚਨ, ਘਮੰਡੀ ਅੱਖਾਂ ਅਤੇ ਹੰਕਾਰੀ ਮਨ ਦੁਸ਼ਟਾਂ ਦਾ ਦੀਵਾ ਪਾਪ ਹਨ। ਇਹ ਸਾਨੂੰ ਉਹਨਾਂ ਚੀਜ਼ਾਂ ਦੇ ਬਾਰੇ ਇੱਕ ਸੂਚੀ ਦੱਸਦੀ ਹੈ ਜਿਨ੍ਹਾਂ ਦੇ ਨਾਲ ਪਰਮੇਸ਼ਰ ਨਫ਼ਰਤ ਕਰਦਾ ਹੈ, ਅਤੇ ਇਹ ਪ੍ਰਮੁੱਖ ਹੈ। 6 ਵਸਤੂਆਂ ਨਾਲ ਪਰਮੇਸ਼ਰ ਵੈਰ ਰੱਖਦਾ ਹੈ, ਸਗੋਂ 7 ਹਨ ਜਿਹੜੀਆਂ ਉਹਦੇ ਜੀ ਨੂੰ ਘਿਉਣੀਆਂ ਲੱਗਦੀਆਂ ਹਨ। ਕਹਾਵਤਾਂ 6 ਅਧਿਆਇ 16 ਵਚਨ। ਕਹਾਵਤਾਂ 16 ਅਧਿਆਇ 5 ਵਚਨ, ਹਰੇਕ ਜਿਹਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਪਰਮੇਸ਼ਰ ਨੂੰ ਘਿਣ ਆਉਂਦੀ ਹੈ। ਕਹਾਵਤਾਂ 8 ਅਧਿਆਇ 13 ਵਚਨ, ਯਹੋਵਾ ਦਾ ਭੈ ਬੁਰਾਈ ਤੋਂ ਸੂਖ ਕਰਨਾ ਹੈ, ਘਮੰਡ, ਹੰਕਾਰ ਅਤੇ ਬੁਰੀ ਚਾਲ ਨਾਲ, ਪੁੱਠੇ ਮੂੰਹ ਨਾਲ ਵੀ ਮੈਂ ਵੈਰ ਰੱਖਦਾ ਹਾਂ। ਕਹਾਵਤਾਂ 16 ਅਧਿਆਇ 18 ਵਚਨ, ਨਾਸ਼ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘਮੰਡੀ ਰੂਹ ਹੁੰਦੀ ਹੈ। ਕਹਾਵਤਾਂ 29 ਅਧਿਆਇ 23 ਵਚਨ, ਆਦਮੀ ਦਾ ਹੰਕਾਰ ਉਹਨੂੰ ਅਧੀਨ ਕਰੇਗਾ, ਪਰ ਮਨ ਦਾ ਅਧੀਨ ਆਦਰ ਪ੍ਰਾਪਤ ਕਰੇਗਾ। ਕਹਾਵਤਾਂ 11 ਅਧਿਆਇ 2 ਵਚਨ, ਹੰਕਾਰ ਦੇ ਨਾਲ ਖੁਆਰੀ ਆਉਂਦੀ ਹੈ। ਜੇ ਤੁਸੀਂ ਨਵੇਂ ਨੇਮ ਨੂੰ ਵੇਖੋ ਅਤੇ ਪੁਰਾਣੇ ਨੇਮ ਵਿੱਚ ਕਹਾਵਤਾਂ ਦੀ ਕਿਤਾਬ ਦਾ ਸਾਰ ਕੱਢੋ ਤਾਂ ਇੱਕ ਹੀ ਐਤ ਉਹ ਕੁੰਜੀ ਹੈ ਜਿਸ ਨੂੰ ਅਸੀਂ ਵੇਖਣ ਜਾ ਰਹੇ ਹਾਂ। ਉਹ ਹੈ ਯਾਕੂਬ 4 ਅਧਿਆਇ 6 ਵਚਨ। ਇਹ ਦੱਸਦਾ ਹੈ, ਪਰ ਹੋਰ ਵੀ ਕਿਰਪਾ ਕਰਦਾ ਹੈ, ਇਸ ਕਾਰਨ ਉਹ ਕਹਿੰਦਾ ਹੈ, ਭਾਈ ਪਰਮੇਸ਼ਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ, ਪਰ ਹਲੀਮਾਂ ਉੱਤੇ ਦਇਆ ਕਰਦਾ ਹੈ। ਇਸ ਆਇਤ ਨੂੰ ਤੁਸੀਂ ਦਾਨੀਏਲ ਦੀ ਕਿਤਾਬ ਵਿੱਚ ਅਧਿਆਇ 4 ਤੇ ਲਿਖ ਛੱਡੋ। ਦਾਨੀਏਲ ਦੀ ਕਿਤਾਬ ਦਾ 4 ਅਧਿਆਇ ਘਮੰਡ ਦੇ ਬਾਰੇ ਹੈ ਅਤੇ ਦੱਸਦਾ ਹੈ ਕਿ ਇਸ ਦਾ ਸਾਹਮਣਾ ਕਿਸ ਤਰ੍ਹਾਂ ਕਰਨਾ ਹੈ। ਤੁਸੀਂ ਕਿਧਰੇ ਹੋਰ ਇਸ ਦੇ ਇਲਾਵਾ ਘਮੰਡ ਦੇ ਬਾਰੇ ਇੰਨੀ ਸਪਸ਼ਟ ਤਸਵੀਰ ਨੂੰ ਵੇਖ ਸਕਦੇ ਹੋ। ਦਾਨੀਏਲ ਦੀ ਕਿਤਾਬ ਅਧਿਆਇ 4 ਦੀ ਪਹਿਲੀ ਆਇਤ ਨਬੂਕਦਨੇਜ਼ਰ ਦੇ ਵੱਲੋਂ ਲਿਖੀ ਗਈ ਸੀ, ਜਿਸ ਦੇ ਬਾਰੇ ਪਰਮੇਸ਼ਰ ਦਾ ਵਚਨ ਇਸ ਤਰ੍ਹਾਂ ਦੱਸਦਾ ਹੈ, ਨਬੂਕਦਨੇਜ਼ਰ ਰਾਜਾ ਦੀ ਵੱਲੋਂ ਸਾਰੇ ਲੋਕਾਂ ਤੇ ਭਾਖਿਆਂ ਨੂੰ ਜਿਹੜੀ ਕੁੱਲ ਧਰਤੀ ਵਿੱਚ ਵਸਦੀਆਂ ਹਨ, ਤੁਹਾਡੀ ਸ਼ਾਂਤੀ ਵਾਪਰ ਹੋਵੇ। ਮੈਂ ਇਹ ਅੱਛਾ ਸਮਝਿਆ। ਇਹ ਨਬੂਕਦਨੇਜ਼ਰ ਦੀ ਹੱਥ ਦੀ ਲਿਖਤ ਗਵਾਹੀ ਹੈ ਜੋ ਪਰਮੇਸ਼ਰ ਨੇ ਉਸ ਦੇ ਜੀਵਨ ਵਿੱਚ ਕੀਤਾ। ਦਾਨੀਏਲ ਇਸ ਨੂੰ ਆਪਣੀ ਆਤਮਾ ਵਿੱਚ ਹੋ ਕੇ ਇਸ ਕਿਤਾਬ ਵਿੱਚ ਇਸ ਦੀ ਵਿਆਖਿਆ ਕਰਦਾ ਹੈ, ਇਸ ਲਈ ਉਸ ਨੂੰ ਦਾਨੀਏਲ ਦਾ ਨਾਮ ਦਿੱਤਾ ਗਿਆ ਹੈ। ਮੈਂ ਇਸ 4 ਅਧਿਆਇ ਨੂੰ ਸੁਸਮਾਚਾਰ ਦਾ ਇੱਕ ਛੋਟਾ ਗ੍ਰੰਥ ਆਖ ਸਕਦਾ ਹਾਂ। ਇਸ ਵਿੱਚ ਨਬੂਕਦਨੇਜ਼ਰ ਆਪਣੀ ਭਾਸ਼ਾ ਵਿੱਚ ਸਪਸ਼ਟ ਬਿਆਨ ਕਰਦਾ ਹੈ ਕਿ ਪਰਮੇਸ਼ਰ ਨੇ ਉਸ ਦੇ ਜੀਵਨ ਵਿੱਚ ਉਸ ਦੇ ਨਾਲ ਕੀ ਕੀਤਾ। ਅਧਿਆਇ 2 ਅਤੇ 3 ਨੂੰ ਪੜ੍ਹ ਕੇ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਨਬੂਕਦਨੇਜ਼ਰ ਆਤਮਿਕ ਚੀਜ਼ਾਂ ਵਿੱਚ ਗਰਮ ਸੀ। ਕਿਉਂ? ਕਈ ਵਾਰ ਉਹ ਪਰਮੇਸ਼ਰ ਦੀ ਵਡਿਆਈ ਕਰਨ ਦਾ ਸੰਕੇਤ ਦਿੰਦਾ ਹੈ, ਪਰ ਜੋ ਕੁਝ ਪਰਮੇਸ਼ਰ ਨੇ ਉਸ ਦੇ ਨਾਲ 4 ਅਧਿਆਇ ਵਿੱਚ ਕੀਤਾ, ਉਹ ਗੋਡਿਆਂ ਦੇ ਭਾਰ ਝੁਕ ਕੇ ਪਰਮੇਸ਼ਰ ਦੀ ਵਡਿਆਈ ਕਰਦਾ ਹੈ। ਉਹ ਨਵੇਂ ਨੇਮ ਦੇ ਥੋਮੇ ਵਾਂਗੂ ਹੈ, ਜਿਸ ਤਰ੍ਹਾਂ ਕਿ ਉਸ ਨੂੰ ਜਦ ਜੀ ਉੱਠੇ ਯਿਸੂ ਮਸੀਹ ਦਾ ਵਿਸ਼ਵਾਸ ਹੋ ਗਿਆ ਤਾਂ ਉਹ ਇਹ ਵਿਸ਼ਵਾਸ ਕਰਦੇ ਹੋਏ ਚੀਕ ਉੱਠਿਆ, ਮੇਰੇ ਪ੍ਰਭੂ ਅਤੇ ਮੇਰੇ ਪਰਮੇਸ਼ਵਰ। ਆਓ ਅਸੀਂ ਵੇਖੀਏ ਕਿ ਪਰਮੇਸ਼ਰ ਨੇ ਨਬੂਕਦਨੇਜ਼ਰ ਦੇ ਜੀਵਨ ਵਿੱਚ ਕਿਸ ਤਰ੍ਹਾਂ ਕੰਮ ਕੀਤਾ। ਦਾਨੀਏਲ ਦੀ ਕਿਤਾਬ ਦੇ 2 ਅਧਿਆਇ ਵਿੱਚ ਪਰਮੇਸ਼ਰ ਨੇ ਉਸ ਨੂੰ ਦਾਨੀਏਲ ਦੇ ਰਾਹੀਂ ਵਿਖਾਇਆ ਕਿ ਸੁਪਨੇ ਵਿੱਚ ਜੋ ਮੂਰਤ ਉਸ ਨੇ ਵੇਖੀ ਸੀ, ਜਿਸ ਦਾ ਸਿਰ ਸੋਨੇ ਦਾ ਸੀ, ਉਹ ਸਿਰ ਜੋ ਸੋਨੇ ਦਾ ਸੀ ਉਹ ਉਹੀ ਸੀ। ਪਰਮੇਸ਼ਰ ਨੇ ਮੂਰਤ ਦੇ ਦੁਆਰਾ ਇਹ ਚੇਤਾਵਨੀ ਦਿੱਤੀ ਕਿ ਉਸ ਦਾ ਰਾਜ ਜੋ ਜਗਤ ਵਿੱਚ ਫੈਲਿਆ ਹੋਇਆ ਹੈ, ਹੁਣ ਉਹ ਥੋੜ੍ਹੇ ਸਮੇਂ ਦਾ ਹੈ ਅਤੇ ਡਿੱਗ ਜਾਵੇਗਾ ਅਤੇ ਕਮਜ਼ੋਰ ਰਾਜ ਦੇ ਦੁਆਰਾ ਲੈ ਲਿਆ ਜਾਵੇਗਾ। ਪਰਮੇਸ਼ਰ ਨੇ ਸੁਪਨੇ ਵਿੱਚ ਉਸ ਨੂੰ ਪਹਿਲੀ ਚੇਤਾਵਨੀ ਦਿੱਤੀ। ਤਾਂ ਤੁਸੀਂ 3 ਅਧਿਆਇ ਵਿੱਚ ਵੇਖਿਆ ਸੀ ਕਿ ਨਬੂਕਦਨੇਜ਼ਰ ਨੇ ਪਰਮੇਸ਼ਰ ਦੀ ਸਾਮਰਥ ਨੂੰ ਵੇਖਿਆ ਜਦ 3 ਇਬਰਾਨੀਆਂ ਨੂੰ ਅੱਗ ਦੀ ਭੱਠੀ ਵਿੱਚ ਸੁੱਟਿਆ ਗਿਆ ਸੀ। ਪਰਮੇਸ਼ਰ ਨੇ ਨਬੂਕਦਨੇਜ਼ਰ ਨੂੰ ਸੱਚਾਈ ਸਮਝਾਉਣ ਦਾ ਯਤਨ ਕਰ ਰਿਹਾ ਸੀ।
ਉਸਨੇ ਪਰਮੇਸ਼ਰ ਦੀ ਮਹਿਮਾ ਤਾਂ ਕੀਤੀ ਪਰ ਪਛਤਾਪ ਨਹੀਂ ਕੀਤਾ। ਤੀਜੇ ਅਧਿਆਇ ਵਿੱਚ ਅਸੀਂ ਉਸ ਨੂੰ ਕਠੋਰ ਰੂਪ ਵਿੱਚ ਵੇਖਦੇ ਹਾਂ ਅਤੇ ਚੌਥੇ ਅਧਿਆਇ ਵਿੱਚ ਹੋਰ ਵੀ ਜ਼ਿਆਦਾ। ਨੰਬਰ 1, ਇਸ ਕਹਾਣੀ ਦਾ ਕਾਰਨ। ਦਾਨੀਏਲ 4 ਅਧਿਆਇ 1 ਵਚਨ ਤੋਂ ਲੈ ਕੇ 3 ਵਚਨਾਂ ਤੱਕ। ਨਬੂਕਦਨਜ਼ਰ ਸਾਨੂੰ ਇਸ ਦਾ ਕਾਰਨ ਦੱਸਦਾ ਹੈ। ਨਬੂਕਦਨਜ਼ਰ ਸਾਨੂੰ ਦੱਸਦਾ ਹੈ ਕੀ ਹੋਣ ਜਾ ਰਿਹਾ ਹੈ। ਆਓ ਅਸੀਂ ਇਸ ਨੂੰ ਪੜ੍ਹੀਏ। ਨਬੂਕਦਨਜ਼ਰ ਰਾਜਾ ਦੀ ਵੱਲੋਂ ਸਾਰੇ ਲੋਕਾਂ, ਕੌਮਾਂ ਤੇ ਭਾਖਿਆਂ ਨੂੰ ਜਿਹੜੀਆਂ ਕੁੱਲ ਧਰਤੀ ਤੇ ਵੱਸਦੀਆਂ ਹਨ, ਤੁਹਾਡੀ ਸ਼ਾਂਤੀ ਵਾਪਰ ਹੋਵੇ। ਮੈਂ ਇਹ ਅੱਛਾ ਸਮਝਿਆ ਭਾਈ ਉਹਨਾਂ ਨਿਸ਼ਾਨੀਆਂ ਅਤੇ ਅਚੰਭਿਆਂ ਨੂੰ ਪ੍ਰਗਟ ਕਰਾਂ ਜਿਹੜੇ ਅਤ ਮਹਾਨ ਪਰਮੇਸ਼ਰ ਨੇ ਮੇਰੇ ਨਾਲ ਕਰਕੇ ਵਿਖਾਏ। ਹੁਣ ਉਹ ਇਹ ਕਰਨ ਜਾ ਰਿਹਾ ਹੈ। ਉਹਦੀਆਂ ਨਿਸ਼ਾਨੀਆਂ ਕਿਹੋ ਜਿਹੀਆਂ ਵੱਡੀਆਂ ਅਤੇ ਉਹਦੇ ਅਚੰਭੇ ਕਿਹੋ ਜਿਹੇ ਸ਼ਕਤੀਵਾਨ ਹਨ। ਉਹਦਾ ਰਾਜ ਸੰਦੀਪਕ ਰਾਜ ਹੈ ਅਤੇ ਉਹਦੀ ਸਰਦਾਰੀ ਪੀੜ੍ਹੀਓਂ ਪੀੜ੍ਹੀ ਤੱਕ ਹੈ। ਇੱਥੇ ਨਬੂਕਦਨਜ਼ਰ ਦੱਸ ਰਿਹਾ ਹੈ। ਇੱਥੇ ਮੈਂ ਕੀ ਕਰਨ ਜਾ ਰਿਹਾ ਹਾਂ? ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਪਰਮੇਸ਼ਰ ਨੇ ਮੇਰੇ ਨਾਲ ਕਿਸ ਤਰ੍ਹਾਂ ਕੀਤਾ। ਭਾਗ ਊੜਾ। ਇਹ ਇੱਕ ਸਰਵ ਵਿਆਪਕ ਕਥਨ ਸੀ। ਹੁਣ ਇਸ ਨੂੰ ਪੇਸ਼ ਕਰਨ ਦੇ ਬਾਰੇ ਚਾਹੁੰਦਾ ਹਾਂ ਤੁਹਾਨੂੰ 2 ਜਾਂ 3 ਚੀਜ਼ਾਂ ਦੱਸਾਂ। ਪਹਿਲੀ ਗੱਲ, ਇਹ ਇੱਕ ਸਰਵ ਵਿਆਪਕ ਘੋਸ਼ਣਾ ਪੱਤਰ ਹੈ। ਨਬੂਕਦਨਜ਼ਰ ਪਹਿਲੀ ਐਤ ਵਿੱਚ ਆਖਦਾ ਹੈ, ਉਸ ਦੀ ਗਵਾਹੀ ਸਾਰੇ ਲੋਕਾਂ ਅਤੇ ਦੇਸ਼ਾਂ ਅਤੇ ਸਭ ਭਾਖਿਆਂ ਦੇ ਲਈ ਹੈ ਜੋ ਧਰਤੀ ਤੇ ਵੱਸਦੇ ਹਨ। ਇਹ ਗਵਾਹੀ ਉਹ ਸ਼ਾਸਕ ਦੇ ਰਿਹਾ ਹੈ ਜੋ ਆਪਣੀ ਪ੍ਰਸਿੱਧੀ ਦੀ ਅਤ ਉਚਾਈ ਤੇ ਹੈ। ਇਸ ਲਈ ਇਹ ਗਵਾਹੀ ਸਾਰੇ ਜਗਤ ਲਈ ਹੈ। ਮੇਰੀ ਲਾਇਬ੍ਰੇਰੀ ਵਿੱਚ ਦਾਨੀਏਲ ਦੇ ਉੱਤੇ ਇੱਕ ਕਿਤਾਬ ਹੈ ਜਿਸ ਵਿੱਚ ਕਈ ਵਿਚਾਰ ਹਨ। ਉਸ ਵਿੱਚ ਇੱਕ ਵਿਚਾਰ ਹੈ ਕਿ ਪਰਮੇਸ਼ਰ ਹਰੇਕ 500 ਸਾਲ ਦੇ ਬਾਅਦ ਪੂਰੇ ਜਗਤ ਲਈ ਇੱਕ ਗਵਾਹੀ ਤਿਆਰ ਕਰਦਾ ਹੈ। ਪਹਿਲੀ ਗਵਾਹੀ ਦੇ ਲਈ ਲਿਖਤ ਪੂਰੇ ਜਗਤ ਵਿੱਚ ਬਾੜ ਦੇ ਦੁਆਰਾ ਦੁਨੀਆ ਦਾ ਨਾਸ਼। 500 ਸਾਲ ਦੇ ਪਰਮੇਸ਼ਰ ਨੇ ਇੱਕ ਦੂਜੀ ਗਵਾਹੀ ਤਿਆਰ ਕੀਤੀ ਜੋ ਸੀ ਬਾਬਲ ਦਾ ਮੀਨਾਰ। ਇਸ ਦੇ ਬਾਅਦ ਜ਼ਿਆਦਾ ਦੇਰ ਨਹੀਂ ਹੋਈ ਸੀ ਜਦ ਸਦੋਮ ਅਤੇ ਅਮੋਰਾ ਦਾ ਡਿੱਗਣਾ ਜਗਤ ਲਈ ਇੱਕ ਗਵਾਹੀ ਬਣਿਆ। ਸ਼ਾਇਦ ਤੁਸੀਂ ਨਹੀਂ ਸੋਚ ਸਕਦੇ ਕਿ ਇਹ ਜਗਤ ਲਈ ਗਵਾਹੀ ਸੀ, ਪਰ ਜੇ ਤੁਸੀਂ ਧਿਆਨ ਦਿਓ ਤਾਂ ਸਮਝ ਜਾਓਗੇ। ਇਹ ਉਹ ਜਗ੍ਹਾ ਸੀ ਜਿੱਥੇ ਜ਼ਿਆਦਾਤਰ ਹਰੇਕ ਨੂੰ ਹੋ ਕੇ ਗੁਜ਼ਰਨਾ ਪੈਂਦਾ ਸੀ। ਇਸ ਲਈ ਪਰਮੇਸ਼ਰ ਨੇ ਇਸ ਦੀ ਘਟਨਾ ਤੋਂ ਸਾਰੇ ਜਗਤ ਵਿੱਚ ਇਸ ਦੇ ਨਾਸ ਹੋਣ ਦਾ ਪੈਗਾਮ ਦਿੱਤਾ। ਇਸ ਤੋਂ ਬਾਅਦ ਜ਼ਿਆਦਾ ਦੇਰ ਨਹੀਂ ਸੀ ਹੋਈ ਜਦ ਪਰਮੇਸ਼ਰ ਨੇ ਖੋਜ ਦੀ ਕਿਤਾਬ ਵਿੱਚ ਜਗਤ ਨਾਲ ਗੱਲਬਾਤ ਕੀਤੀ ਅਤੇ ਆਪਣੇ ਬੱਚਿਆਂ ਨੂੰ ਮਿਸਰ ਤੋਂ ਛੁਟਕਾਰਾ ਦਿਵਾਇਆ। ਉਹ ਜਗਤ ਨੂੰ ਦੱਸ ਰਿਹਾ ਸੀ ਕਿ ਯਹੋਵਾ ਹੀ ਪਰਮੇਸ਼ਰ ਹੈ। ਇਹ ਇੱਕ ਗਵਾਹੀ ਸੀ। ਤਦ 500 ਸਾਲ ਬਾਅਦ ਪਰਮੇਸ਼ਰ ਨੇ ਸੁਲੇਮਾਨ ਦੀ ਗਵਾਹੀ ਤਿਆਰ ਕੀਤੀ। ਧਰਤੀ ਦੇ ਲੋਕਾਂ ਨੇ ਸੁਲੇਮਾਨ ਨੂੰ ਉਸ ਦੀ ਬੁੱਧੀ ਅਤੇ ਧਨ ਦੌਲਤ ਦੇ ਬਾਰੇ ਪੁੱਛਿਆ। ਇਹ ਜਗਤ ਲਈ ਇੱਕ ਗਵਾਹੀ ਤਿਆਰ ਕੀਤੀ ਸੀ। ਹੁਣ ਪਰਮੇਸ਼ਰ ਰਾਜਾ ਨਬੂਕਦਨਜ਼ਰ ਦੇ ਰਾਹੀਂ ਇੱਕ ਹੋਰ ਗਵਾਹੀ ਤਿਆਰ ਕਰ ਰਿਹਾ ਸੀ। ਉਸ ਨੇ ਜਗਤ ਦੇ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਵਿਅਕਤੀ ਨੂੰ ਲਿਆ ਅਤੇ ਉਸ ਨੂੰ ਸਭ ਤੋਂ ਥੱਲੜੇ ਸਤਰ ਤੇ ਲੈ ਆਂਦਾ ਤਾਂ ਕਿ ਸੰਸਾਰ ਇਸ ਨੂੰ ਵੇਖ ਸਕੇ ਅਤੇ ਪਰਮੇਸ਼ਰ ਦੀ ਸਾਮਰਥ ਨੂੰ ਸਮਝ ਸਕੇ। ਇਹ ਘੋਸ਼ਣਾ ਸਾਰੇ ਸੰਸਾਰ ਲਈ ਸੀ। ਭਾਗ ਐੜਾ। ਇਹ ਇੱਕ ਵਿਅਕਤੀਗਤ ਕਥਨ ਸੀ। ਇਸ ਕਹਾਣੀ ਦੇ ਕਾਰਨ ਨੂੰ ਜਾਣਨ ਲਈ ਮੈਂ ਚਾਹੁੰਦਾ ਹਾਂ ਤੁਸੀਂ ਇੱਕ ਦੂਜੀ ਚੀਜ਼ ਵੱਲ ਧਿਆਨ ਕਰੋ। ਨਬੂਕਦਨਜ਼ਰ ਨਾ ਸਿਰਫ ਜਗਤ ਲਈ ਸੂਚਨਾ ਦੇ ਰਿਹਾ ਸੀ ਬਲਕਿ ਇਹ ਉਸ ਦੀ ਵਿਅਕਤੀਗਤ ਗਵਾਹੀ ਸੀ। ਐਤ 2 ਵੱਲ ਧਿਆਨ ਦਿਓ। ਜਦ ਉਸ ਨੇ ਆਖਿਆ ਸੀ, ਮੈਂ ਇਹ ਅੱਛਾ ਸਮਝਿਆ ਭਾਈ ਉਹਨਾਂ ਨਿਸ਼ਾਨੀਆਂ ਅਤੇ ਅਚੰਭਿਆਂ ਨੂੰ ਪ੍ਰਗਟ ਕਰਾਂ ਜਿਹੜੇ ਅਤ ਮਹਾਨ ਪਰਮੇਸ਼ਰ ਨੇ ਮੇਰੇ ਨਾਲ ਕਰਕੇ ਵਿਖਾਏ। ਉਸਨੇ ਇਹ ਨਹੀਂ ਆਖਿਆ ਕਿ ਪਰਮੇਸ਼ਰ ਨੇ ਇਹ ਕੰਮ ਦੂਸਰੇ ਵਿਅਕਤੀ ਦੇ ਜੀਵਨ ਵਿੱਚ ਕੀਤੇ। ਉਹ ਤਾਂ ਇਹ ਦੱਸਣਾ ਚਾਹੁੰਦਾ ਸੀ ਕਿ ਮੈਂ ਧਿਆਨਪੂਰਵਕ ਉਹਨਾਂ ਕੰਮਾਂ ਨੂੰ ਵੇਖਿਆ ਜੋ ਪਰਮੇਸ਼ਰ ਨੇ ਉਹਦੇ ਜੀਵਨ ਵਿੱਚ ਕੀਤੇ ਸਨ। ਭਾਗ ਸੱਸਾ। ਇਹ ਉਤਸ਼ਾਹੀ ਕਥਨ ਸੀ। ਹੁਣ ਤੀਜੀ ਗੱਲ ਵੱਲ ਗੌਰ ਕਰੋ। ਤੀਸਰੀ ਐਤ ਵਿੱਚ ਨਬੂਕਦਨਜ਼ਰ ਦੇ ਕਥਨ ਨੂੰ ਵੇਖੋ ਜਿਸ ਵਿੱਚ ਉਹ ਕਹਿ ਰਿਹਾ ਹੈ, ਮੈਂ ਵਿਅਕਤੀਗਤ ਤੌਰ ਤੇ ਪੂਰੇ ਜਗਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਰ ਨੇ ਉਸ ਦੇ ਨਾਲ ਅਚੰਭੇ ਕੰਮ ਕੀਤੇ। ਪਰਮੇਸ਼ਰ ਮਹਾਨ ਹੈ ਅਤੇ ਉਸ ਦੇ ਰਾਜ ਦਾ ਕਦੇ ਅੰਤ ਨਹੀਂ ਹੁੰਦਾ। ਇਹ ਇੱਕ ਉਤਸ਼ਾਹੀ ਗਵਾਹੀ ਜਗਤ ਲਈ ਸੀ। ਉਹ ਪਰਮੇਸ਼ਰ ਦੀ ਸਾਮਰਥ ਨੂੰ ਸਮਝ ਸਕਣ। ਕੀ ਇਹ ਅੱਛੀ ਗੱਲ ਨਹੀਂ ਹੈ
ਕਿ ਪਰਮੇਸ਼ਰ ਸਾਨੂੰ ਮੌਕਾ ਦਿੰਦਾ ਹੈ ਕਿ ਅਸੀਂ ਜਗਤ ਨੂੰ ਦੱਸ ਦਈਏ ਕਿ ਪਰਮੇਸ਼ਰ ਨੇ ਸਾਡੇ ਨਾਲ ਕੀ ਕੀਤਾ ਹੈ। ਫਿਰ ਤੁਸੀਂ ਇਸ ਤਰ੍ਹਾਂ ਕਿਉਂ ਨਹੀਂ ਕਰਦੇ? ਗਵਾਹੀ ਦੇਣ ਵਿੱਚ ਚੂਕ ਨਾ ਕਰੋ, ਇਹ ਕਹਾਣੀ ਦਾ ਕਾਰਨ ਹੈ। ਨੰਬਰ 2, ਸੁਪਨੇ ਦੀ ਪ੍ਰਾਪਤੀ। ਦਾਨੀਏਲ 4 ਅਧਿਆਏ 4 ਵਚਨ ਤੋਂ ਲੈ ਕੇ 9 ਵਚਨਾਂ ਤੱਕ। ਆਓ ਅਸੀਂ ਹੁਣ ਰੋਮਨ ਦੇ ਅੰਕ 2 ਵੱਲ ਚੱਲੀਏ। ਐਤ 4 ਤੋਂ ਲੈ ਕੇ 9 ਵਿੱਚ ਸੁਪਨੇ ਦੀ ਪ੍ਰਾਪਤੀ। ਐਤ 4 ਤੋਂ 9 ਵਿੱਚ ਅਸੀਂ ਪੜ੍ਹਦੇ ਹਾਂ, ਮੈਂ ਨਬੂਕਦਨੇਜ਼ਰ ਆਪਣੇ ਘਰ ਵਿੱਚ ਆਰਾਮ ਨਾਲ ਅਤੇ ਆਪਣੇ ਮਹਿਲ ਵਿੱਚ ਭਾਗਵਾਨ ਸਾਂ। ਮੈਂ ਇੱਕ ਸੁਪਨਾ ਡਿੱਠਾ, ਜਿਹਦੇ ਕਾਰਨ ਮੈਂ ਡਰਿਆ ਅਤੇ ਉਹਨਾਂ ਖਿਆਲਾਂ ਦੇ ਸਬਬੋਂ ਜੋ ਮੈਂ ਆਪਣੇ ਪਲੰਘ ਉੱਤੇ ਕੀਤੇ ਅਤੇ ਆਪਣੇ ਸਿਰ ਦੀਆਂ ਦ੍ਰਿਸ਼ਟੀਆਂ ਤੋਂ ਘਾਬਰ ਗਿਆ। ਇਸ ਲਈ ਮੈਂ ਆਗਿਆ ਦਿੱਤੀ, ਬਾਬਲ ਦੇ ਸਾਰੇ ਗਿਆਨੀ ਮੇਰੇ ਦਰਬਾਰ ਵਿੱਚ ਹਾਜ਼ਰ ਕੀਤੇ ਜਾਣ, ਤਾਂ ਜੋ ਸੁਪਨੇ ਦਾ ਅਰਥ ਮੈਨੂੰ ਦੱਸਣ। ਤਦ ਜਾਦੂਗਰ, ਜੋਸ਼ੀ, ਕਸਤੀ ਤੇ ਅਗੰਮ ਗਿਆਨ ਹਾਜ਼ਰ ਹੋਏ। ਤਾਂ ਮੈਂ ਸੁਪਨਾ ਉਹਨਾਂ ਦੇ ਅੱਗੇ ਸੁਣਾਇਆ, ਪਰ ਉਹਨਾਂ ਨੇ ਮੈਨੂੰ ਉਹਦਾ ਅਰਥ ਨਾ ਦੱਸਿਆ। ਉੜਕ ਨੂੰ ਦਾਨੀਏਲ, ਜਿਹਦਾ ਨਾਂ ਮੇਰੇ ਦਿਓਤੇ ਦੇ ਨਾਂ ਦੇ ਅਨੁਸਾਰ ਬਲੈਸ਼ਰ ਹੈ, ਮੇਰੇ ਦਰਬਾਰ ਵਿੱਚ ਆਇਆ ਅਤੇ ਉਸ ਵਿੱਚ ਪਵਿੱਤਰ ਦਿਓਤਿਆਂ ਦਾ ਆਤਮਾ ਹੈ। ਸੋ ਮੈਂ ਉਹਦੇ ਅੱਗੇ ਸੁਪਨਾ ਸੁਣਾਇਆ ਤੇ ਆਖਿਆ, ਹੇ ਬਲੈਸ਼ਰ, ਜਾਦੂਗਰਾਂ ਦੇ ਸਰਦਾਰ, ਇਸ ਲਈ ਜੋ ਮੈਂ ਜਾਣਦਾ ਹਾਂ ਕਿ ਪਵਿੱਤਰ ਦਿਓਤਾਂ ਦਾ ਆਤਮਾ ਤੇਰੇ ਵਿੱਚ ਹੈ ਅਤੇ ਤੂੰ ਕਿਸੇ ਭੇਦ ਦੇ ਸਬਬੋਂ ਨਹੀਂ ਘਬਰਾਉਂਦਾ। ਤੂੰ ਮੇਰੇ ਸੁਪਨੇ ਦੀਆਂ ਦ੍ਰਿਸ਼ਟਾਂ ਜੋ ਮੈਂ ਡਿੱਠੀਆਂ ਅਤੇ ਉਹਨਾਂ ਦਾ ਅਰਥ ਮੈਨੂੰ ਦੱਸ। ਨਬੂਕਦਨੇਜ਼ਰ ਦੱਸ ਰਿਹਾ ਹੈ ਕਿ ਉਹ ਆਪਣੇ ਮਹਿਲ ਵਿੱਚ ਸੀ ਅਤੇ ਉਹ ਭਾਗਵਾਨ ਸੀ। ਇਸ ਦਾ ਅਰਥ ਹੈ ਉਹ ਆਰਾਮ ਵਿੱਚ ਸੀ, ਉਹ ਥਕਾਨ ਵਿੱਚ ਨਹੀਂ ਸੀ। ਉਸਦੇ ਰਾਜ ਵਿੱਚ ਸਭ ਕੁਝ ਠੀਕ ਠਾਕ ਸੀ। ਉਸ ਕਿਸੇ ਜੰਗ ਵਿੱਚ ਨਹੀਂ ਸੀ, ਨਾ ਹੀ ਕੋਈ ਜੰਗ ਵਿੱਚ ਜਾਰੀ ਸੀ। ਉਹ ਤਾਂ ਆਪਣੇ ਸਾਰੇ ਵੈਰੀਆਂ ਨੂੰ ਆਪਣੇ ਵੱਸ ਵਿੱਚ ਕਰ ਚੁੱਕਾ ਸੀ। ਉਹ ਆਰਾਮ ਵਿੱਚ ਸੀ ਅਤੇ ਆਪਣੇ ਰਾਜ ਵਿੱਚ ਉਚਾਈਆਂ ਤੇ ਸੀ। ਇਸ ਉਚਾਈ ਤੇ ਰਹਿੰਦੇ ਹੋਏ ਉਸ ਨੇ ਇੱਕ ਸੁਪਨਾ ਵੇਖਿਆ ਅਤੇ ਇਸ ਸੁਪਨੇ ਨੇ ਉਸ ਨੂੰ ਪਰੇਸ਼ਾਨ ਕਰ ਦਿੱਤਾ ਔਰ ਉਹ ਸੁਪਨਾ ਦੇਖ ਕੇ ਬਹੁਤ ਹੀ ਘਬਰਾ ਗਿਆ। ਕਈ ਲੋਕ ਆਖਦੇ ਹਨ, ਬਿਨਾਂ ਘਮੰਡ ਕੀਤੇ ਕੋਈ ਮਨੁੱਖ ਉਚਾਈ ਤੇ ਨਹੀਂ ਜਾ ਸਕਦਾ। ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਸੈਂਕੜੋਂ ਮਸੀਹ, ਜਿਨ੍ਹਾਂ ਨੂੰ ਮੈਂ ਜਾਣਦਾ ਹਾਂ, ਉਹ ਆਪਣੇ ਮਸੀਹ ਜੀਵਨ ਵਿੱਚ ਉਚਾਈ ਤੇ ਪਹੁੰਚ ਗਏ ਹਨ। ਇਹ ਇੰਨਾ ਸੌਖਾ ਨਹੀਂ ਹੈ ਕਿ ਅਸੀਂ ਉਹਨਾਂ ਦੀ ਗਿਣਤੀ ਕਰੀਏ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਸ਼ੀਸ਼ ਦਿੱਤੀ ਹੈ ਅਤੇ ਉਹ ਆਪਣੇ ਜੀਵਨ ਵਿੱਚ ਧਨ ਦੌਲਤ ਵਿੱਚ ਭਰਪੂਰ ਹੋ ਗਏ ਹਨ। ਰਾਜਾ ਇਸ ਜਗ੍ਹਾ ਤੇ ਪਹੁੰਚ ਚੁੱਕਾ ਸੀ, ਪਰ ਉਹ ਘਮੰਡੀ ਸੀ ਅਤੇ ਉਹ ਪਰੇਸ਼ਾਨ ਸੀ। ਪਰ ਮੈਂ ਉਹਨਾਂ ਮਸੀਹਾਂ ਨੂੰ ਵੀ ਜਾਣਦਾ ਹਾਂ ਜੋ ਅੱਜ ਵੀ ਗਰੀਬੀ ਦੀ ਹਾਲਤ ਵਿੱਚ ਹਨ। ਇਸ ਗੱਲ ਤੇ ਗੌਰ ਕਰੋ। ਹੁਣ ਉਹ ਰਾਜਾ ਇੱਕ ਅਜੀਬ ਚੀਜ਼ ਕਰਦਾ ਹੈ ਜੋ ਉਸ ਸੁਪਨੇ ਦੇ ਕਾਰਨ ਪਰੇਸ਼ਾਨ ਹੋ ਜਾਂਦਾ ਹੈ। ਉਹ ਗਿਆਨੀਆਂ ਨੂੰ ਬੁਲਾਉਂਦਾ ਹੈ। ਤੁਸੀਂ ਸੋਚ ਸਕਦੇ ਹੋ ਉਹ ਕਿਹੜੀ ਅਜੀਬ ਚੀਜ਼ ਹੈ। ਉਹ ਤਾਂ ਅਕਸਰ ਹੀ ਉਹਨਾਂ ਨੂੰ ਬੁਲਾਉਂਦਾ ਸੀ ਜਦ ਉਹ ਪਰੇਸ਼ਾਨ ਹੁੰਦਾ ਸੀ, ਪਰ ਉਹ ਕੁਝ ਨਹੀਂ ਕਰ ਸਕਦੇ ਸੀ। ਉਹਨਾਂ ਨੇ ਕਦੇ ਵੀ ਉਸ ਦੀ ਸਹਾਇਤਾ ਨਹੀਂ ਕੀਤੀ। ਉਹਨਾਂ ਨੇ ਹਰ ਵਾਰ ਰਾਜੇ ਨੂੰ ਨੀਵਾਂ ਕੀਤਾ। ਤੁਸੀਂ ਸੋਚ ਸਕਦੇ ਹੋ, ਨਬੂਕਦਨੇਜ਼ਰ ਇਹ ਜਾਣਦਾ ਸੀ, ਇਸ ਲਈ ਉਸ ਨੇ ਆਖਿਆ, ਮੈਂ ਤੁਹਾਡੇ ਨਾਲ ਹੋਰ ਸਮੇਂ ਖਰਾਬ ਨਹੀਂ ਕਰਨਾ ਚਾਹੁੰਦਾ, ਕਿਉਂਕਿ ਹਰੇਕ ਵਾਰ ਜਦ ਮੈਂ ਤੁਹਾਨੂੰ ਬੁਲਾਇਆ ਤੁਸੀਂ ਮੈਨੂੰ ਸਹੀ ਉੱਤਰ ਨਹੀਂ ਦਿੱਤਾ। ਅਤੇ ਤਦ ਹੁਣ ਅਸੀਂ ਐਤ 8 ਵਿੱਚ ਚੱਲਦੇ ਹਾਂ ਅਤੇ ਅੰਤ ਵਿੱਚ ਮੈਂ ਦਾਨੀਏਲ ਨੂੰ ਬੁਲਾਇਆ। ਇੰਜ ਹੀ ਹੁੰਦਾ ਹੈ, ਜਦ ਅਸੀਂ ਆਪਣੀ ਕੋਸ਼ਿਸ਼ ਵਿੱਚ ਅਸਫਲ ਹੋ ਜਾਂਦੇ ਹਾਂ ਤਾਂ ਅਸੀਂ ਉਹ ਕਰਦੇ ਹਾਂ ਜੋ ਸਾਨੂੰ ਸਭ ਤੋਂ ਪਹਿਲਾਂ ਕਰਨਾ ਚਾਹੀਦਾ ਹੈ। ਇਸ ਲਈ ਹੁਣ ਦਾਨੀਏਲ ਆਉਂਦਾ ਹੈ। ਮੈਂ ਚਾਹੁੰਦਾ ਹਾਂ ਤੁਸੀਂ ਦਾਨੀਏਲ ਦੇ ਬਾਰੇ ਕੁਝ ਧਿਆਨ ਦੇਵੋ। ਮੈਂ ਅੱਜ ਤੋਂ ਪਹਿਲਾਂ ਇਸ ਅਧਿਆਇ ਵਿੱਚ ਕਦੇ ਕੁਝ ਨਹੀਂ ਸੋਚਿਆ ਸੀ, ਪਰ ਸੱਚਾਈ ਇਹ ਹੈ ਕਿ ਇਹ ਬਹੁਤ ਰੋਚਕ ਗੱਲ ਹੈ। ਦਾਨੀਏਲ ਦੇ ਵਿੱਚ ਕੁਝ ਗੱਲ ਸੀ ਜਿਸ ਦੇ ਕਾਰਨ ਨਬੂਕਦਨੇਜ਼ਰ ਨੇ ਅੰਤ ਵਿੱਚ ਉਸ ਦਾ ਦਰਵਾਜ਼ਾ ਖਟਖਟਾਇਆ। ਇਸ ਅਧਿਆਇ ਵਿੱਚ 3 ਵਾਰ ਇਸ ਗੱਲ ਦਾ ਬਿਆਨ ਹੈ। ਮੈਂ ਚਾਹੁੰਦਾ ਹਾਂ ਤੁਸੀਂ ਐਤ 8 ਵੱਲ ਧਿਆਨ ਦੇਵੋ। ਉੜਕ ਨੂੰ ਦਾਨੀਏਲ, ਜਿਹਦਾ ਨਾਂ ਮੇਰੇ ਦਿਓਤੇ ਦੇ ਨਾਂ ਦੇ ਅਨੁਸਾਰ ਬਲੇਸ਼ਰ ਹੈ, ਮੇਰੇ ਦਰਬਾਰ ਆਇਆ ਅਤੇ ਉਸ ਵਿੱਚ ਪਵਿੱਤਰ ਦਿਓਤਿਆਂ ਦਾ ਆਤਮਾ ਹੈ। ਸੋ ਮੈਂ ਉਹਦੇ ਅੱਗੇ ਸੁਪਨਾ ਸੁਣਾਇਆ। ਇਹ ਹੀ ਦਾਨੀਏਲ ਦੇ ਬਾਰੇ ਕੁਝ ਹੈ। ਐਤ 9, ਹੇ ਬਲੇਸ਼ਰ, ਜਾਦੂਗਰਾਂ ਦੇ ਸਰਦਾਰ, ਇਸ ਲਈ ਜੋ ਮੈਂ ਜਾਣਦਾ ਹਾਂ ਕਿ ਪਵਿੱਤਰ ਦਿਓਤਿਆਂ ਦਾ ਆਤਮਾ ਤੇਰੇ ਵਿੱਚ ਹੈ। ਐਤ 18, ਤੂੰ ਮੈਨੂੰ ਇਹਦਾ ਅਰਥ ਦੱਸ।
ਕਿਉਂ ਜੋ ਮੇਰੇ ਰਾਹ ਦੇ ਸਭ ਗਿਆਨੀ ਮੈਨੂੰ ਇਹਦਾ ਅਰਥ ਦੱਸ ਨਹੀਂ ਸਕੇ। ਇੱਥੇ ਅਸੀਂ ਵੇਖਦੇ ਹਾਂ ਕਿ ਦਾਨੀਏਲ ਪੁਰਾਣੇ ਨੇਮ ਵਿੱਚ ਆਤਮਾ ਨਾਲ ਭਰਿਆ ਹੋਇਆ ਸੀ। ਨਬੂਕਦਨਜ਼ਰ ਨਹੀਂ ਜਾਣਦਾ ਸੀ ਕਿ ਉਹ ਦਾਨੀਏਲ ਦੇ ਬਾਰੇ ਕੀ ਸੋਚਦਾ ਹੈ। 30 ਸਾਲ ਤੱਕ ਉਹਦੇ ਨਾਲ ਰਹਿਣ ਦੇ ਬਾਵਜੂਦ ਉਹ ਉਸ ਨੂੰ ਸਮਝ ਨਹੀਂ ਸਕਿਆ। ਪਰ ਉਹ ਇਹ ਸਮਝ ਚੁੱਕਾ ਸੀ, ਉਹ ਪਰਮੇਸ਼ਰ ਦੀ ਆਤਮਾ ਨਾਲ ਭਰਪੂਰ ਸੀ। ਕੀ ਮੈਂ ਦੱਸਾਂ ਜੋ ਅਕਸਰ ਸਾਡੇ ਨਾਲ ਹੁੰਦਾ ਹੈ। ਜਦ ਵੀ ਅਸੀਂ ਕਿਸੇ ਗੱਲ ਦੀ ਆਲੋਚਨਾ ਕਰਦੇ ਹਾਂ ਤਾਂ ਲੋਕ ਸਾਡਾ ਮਖੌਲ ਉਡਾਉਂਦੇ ਹਨ। ਪਰ ਇਸ ਗੱਲ ਤੋਂ ਮੈਨੂੰ ਕੁਝ ਸਮਝ ਆਉਂਦੀ ਹੈ। ਪਾਸਟਰ ਹੋਣ ਦੇ ਨਾਤੇ ਮੈਂ ਇਸ ਜਗਤ ਵਿੱਚ ਲੰਮਾ ਸਮੇਂ ਬਿਤਾਇਆ ਹੈ। ਅਕਸਰ ਲੋਕਾਂ ਮੈਨੂੰ ਇੱਕ ਛੋਟਾ ਬੱਚਾ ਕਰਕੇ ਆਖਿਆ ਸੀ। ਪਰ ਜਦ ਉਹਨਾਂ ਤੇ ਕੋਈ ਮੁਸੀਬਤ ਆਈ ਤਾਂ ਉਹ ਮੇਰੇ ਕੋਲ ਹੀ ਆਏ। ਉਹ ਜਾਣਦੇ ਸੀ ਜੋ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ, ਉਹ ਉਹਨਾਂ ਦੀ ਮਦਦ ਨਹੀਂ ਕਰ ਸਕਦੇ। ਇਸ ਲਈ ਮੇਰੇ ਜੀਵਨ ਨੂੰ ਵੇਖਦੇ ਹੋਏ ਉਹ ਆਪਣੀ ਸਹਾਇਤਾ ਲਈ ਮੇਰੇ ਕੋਲ ਆਏ। ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ। ਜੇ ਤੁਸੀਂ ਪਰਮੇਸ਼ਰ ਦੀ ਆਤਮਾ ਨਾਲ ਭਰੇ ਹੋਏ ਹੋ ਤਾਂ ਲੋਕ ਤੁਹਾਡਾ ਦਰਵਾਜ਼ਾ ਖੜਕਾਉਣਗੇ। ਉਹ ਜਾਣਦੇ ਹਨ ਤੁਸੀਂ ਦੂਜਿਆਂ ਤੋਂ ਅਲੱਗ ਹੋ, ਇਸ ਲਈ ਉਹ ਤੁਹਾਡੀ ਸਹਾਇਤਾ ਤੁਹਾਡੇ ਤੋਂ ਮੰਗਣਗੇ। ਨੰਬਰ 3, ਸੁਪਨੇ ਦੀ ਪੁਨਰਵਿਰਤੀ। ਦਾਨੀਏਲ 4 ਅਧਿਆਇ 10 ਵਚਨ ਤੋਂ ਲੈ ਕੇ 18 ਵਚਨ ਤੱਕ। ਰੋਮ ਦੀ ਗਿਣਤੀ ਦੇ ਅਨੁਸਾਰ ਅੰਕ 3 ਸੁਪਨੇ ਦਾ ਦੁਹਰਾਣਾ। ਐਤ 10 ਤੋਂ 18। ਦਾਨੀਏਲ ਹੁਣ ਰਾਜੇ ਦੇ ਦਰਬਾਰ ਵਿੱਚ ਹੈ ਅਤੇ ਰਾਜਾ ਉਸ ਨੂੰ ਆਪਣੇ ਸੁਪਨੇ ਦੇ ਬਾਰੇ ਦੱਸਦਾ ਹੈ। ਮੇਰੇ ਸਿਰ ਦੀਆਂ ਦ੍ਰਿਸ਼ਟਾਂ ਜੋ ਮੈਂ ਆਪਣੇ ਪਲੰਗ ਉੱਤੇ ਡਿੱਠੀਆਂ, ਆਓ ਮੈਂ ਤੁਹਾਨੂੰ ਸੁਣਾਵਾਂ ਔਰ ਤੁਹਾਨੂੰ ਦੱਸਾਂ। ਉਹ ਇਹ ਸਨ। ਜਾਂ ਮੈਂ ਨਜ਼ਰ ਕੀਤੀ ਤਾਂ ਕੀ ਵੇਖਦਾ ਹਾਂ ਕਿ ਧਰਤੀ ਦੇ ਵਿਚਕਾਰ ਇੱਕ ਰੁੱਖ ਹੈ ਜਿਹਦੀ ਉਚਾਈ ਬਹੁਤ ਵੱਡੀ ਸੀ। ਉਹ ਰੁੱਖ ਵਧਿਆ ਤੇ ਤਕੜਾ ਹੋ ਗਿਆ ਅਤੇ ਉਹਦੀ ਚੋਟੀ ਆਕਾਸ਼ ਦੇ ਉੱਪਰ ਪਈ। ਉਹ ਧਰਤੀ ਦੇ ਕੰਢਿਆਂ ਤੱਕ ਵਿਖਾਈ ਦੇਣ ਲੱਗਾ। ਉਹਦੇ ਪੱਤੇ ਸੋਹਣੇ ਅਤੇ ਉਹਦਾ ਫਲ ਬਹੁਤ ਸੀ ਤੇ ਉਹਦੇ ਵਿੱਚ ਸਭਨਾਂ ਲਈ ਭੋਜਨ ਸੀ। ਜੰਗਲੀ ਜਾਨਵਰ ਉਹਦੀ ਛਾਂ ਵਿੱਚ ਅਤੇ ਆਕਾਸ਼ ਦੇ ਪੰਛੀ ਉਹਦੀਆਂ ਟਾਹਣੀਆਂ ਉੱਤੇ ਬਸੇਰਾ ਕਰਦੇ ਸਨ ਅਤੇ ਸਾਰੇ ਵਸ਼ਰ ਉਸ ਤੋਂ ਪਾਲੇ ਜਾਂਦੇ ਸਨ। ਮੈਂ ਆਪਣੇ ਪਲੰਗ ਉੱਤੇ ਆਪਣੇ ਸਿਰ ਦੀਆਂ ਦ੍ਰਿਸ਼ਟਾਂ ਵਿੱਚ ਨਜ਼ਰ ਕੀਤੀ ਤਾਂ ਕੀ ਵੇਖਦਾ ਹਾਂ, ਭਾਈ ਇੱਕ ਰਾਖਾ ਹੈ, ਇੱਕ ਪਵਿੱਤਰ ਜਨ ਆਕਾਸ਼ੋਂ ਉਤਰਿਆ। ਉਹਨੇ ਉੱਚੀ ਹਾਕ ਮਾਰ ਕੇ ਇਉਂ ਆਖਿਆ ਕਿ ਰੁੱਖ ਨੂੰ ਕੱਟ ਕੇ ਢਾਹ ਦਿਓ ਅਤੇ ਉਹਦੀਆਂ ਟਾਹਣੀਆਂ ਛਾਂਗ ਸੁੱਟੋ ਅਤੇ ਉਹਦੇ ਪੱਤੇ ਝਾੜ ਲਓ ਅਤੇ ਉਹਦਾ ਫਲ ਖਿਲਾਰ ਦਿਓ। ਜਾਨਵਰ ਉਹਦੇ ਹੇਠਾਂ ਤੋਂ, ਪੰਛੀ ਉਹਦੀਆਂ ਟਾਹਣੀਆਂ ਦੇ ਉੱਤੋਂ ਚਲੇ ਜਾਣ, ਪਰ ਉਹਦੀਆਂ ਜੜ੍ਹਾਂ ਦਾ ਮੁੱਢ ਜ਼ਮੀਨ ਵਿੱਚ ਛੱਡ ਦਿਓ। ਸਗੋਂ ਲੋਹੇ ਤੇ ਪਿੱਤਲ ਦੇ ਸਮਾਂ ਨਾਲ ਬੰਨਿਆ ਹੋਇਆ ਜੰਗਲ ਦੇ ਹਰੇ ਘਾਹ ਵਿੱਚ ਰਹਿਣ ਦਿਓ ਅਤੇ ਉਹ ਆਕਾਸ਼ ਦੀ ਤਰੇਲ ਨਾਲ ਭਰੇ ਹੋਏ ਅਤੇ ਉਹਦਾ ਹਿੱਸਾ ਜ਼ਮੀਨ ਦੇ ਘਾਹ ਵਿੱਚ ਪਸ਼ੂਆਂ ਦੇ ਨਾਲ ਹੋਵੇ। ਉਹਦਾ ਦਿਲ ਮਨੁੱਖਾਂ ਦਾ ਦਿਲ ਨਾ ਰਹੇ, ਸਗੋਂ ਉਹਨੂੰ ਪਸ਼ੂ ਦਾ ਦਿਲ ਦਿੱਤਾ ਜਾਵੇ ਅਤੇ ਉਸ ਉੱਤੇ 7 ਸਮੇਂ ਬੀਤ ਜਾਣ। ਇਹ ਹੁਕਮ ਰਾਖਿਆਂ ਦੇ ਫੈਸਲੇ ਤੋਂ ਹੈ ਅਤੇ ਪਵਿੱਤਰ ਜਨਾਂ ਦੇ ਵਚਨ ਤੋਂ ਹੈ, ਤਾਂ ਜੋ ਸਾਰੇ ਜੀਵ ਜਾਣ ਲੈਣ ਕਿ ਆਤਮਹਾਨ ਮਨੁੱਖਾਂ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ ਅਤੇ ਜਿਸ ਕਿਸੇ ਨੂੰ ਉਹ ਚਾਹੁੰਦਾ ਹੈ ਉਹਨੂੰ ਦਿੰਦਾ ਹੈ, ਸਗੋਂ ਸਭਨਾਂ ਤੋਂ ਨੀਵੇਂ ਆਦਮੀ ਨੂੰ ਉਸ ਉੱਤੇ ਖੜਾ ਕਰਦਾ ਹੈ। ਮੈਂ ਨਬੂਕਦਨਜ਼ਰ ਰਾਜਾ ਨੇ ਇਹ ਸੁਪਨਾ ਵੇਖਿਆ ਹੈ। ਤੂੰ ਹੈ ਬਲੇਸ਼ਰ, ਉਹਦਾ ਅਰਥ ਦੱਸ ਦਿਓ, ਜੋ ਮੇਰੇ ਰਾਜ ਦੇ ਸਭ ਗਿਆਨੀ ਮੈਨੂੰ ਇਹਦਾ ਅਰਥ ਦੱਸ ਨਹੀਂ ਸਕੇ, ਪਰ ਤੂੰ ਦੱਸ ਸਕਦਾ ਹੈ, ਕਿਉਂ ਜੋ ਪਵਿੱਤਰ ਦਿਓਤਾ ਦਾ ਆਤਮਾ ਤੇਰੇ ਵਿੱਚ ਵਾਸ ਕਰਦਾ ਹੈ। ਇਹ ਇੱਕ ਸੁਪਨਾ ਹੈ, ਕੀ ਇਹ ਨਹੀਂ ਹੈ? ਜੇ ਤੁਹਾਨੂੰ ਇਹੋ ਜਿਹਾ ਸੁਪਨਾ ਆ ਜਾਵੇ ਤਾਂ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਤੁਸੀਂ ਡਰ ਜਾਓਗੇ। ਕੀ ਕਦੀ ਤੁਸੀਂ ਏਦਾਂ ਦੇ ਰੁੱਖ ਦਾ ਸੁਪਨਾ ਵੇਖਿਆ ਹੈ ਜੋ ਇੰਨਾ ਵੱਡਾ ਹੈ, ਜੋ ਧਰਤੀ ਤੋਂ ਆਕਾਸ਼ ਤੱਕ ਫੈਲਿਆ ਜਾਂਦਾ ਹੈ? ਪਿਆਰੇ ਦਰਸ਼ਕੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 4ਥੇ ਅਧਿਆਇ ਦੇ ਉੱਤੇ ਗੌਰ ਕਰ ਰਹੇ ਸੀ। ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਵਿੱਚੋਂ ਅਸੀਂ ਜਾਣਿਆ ਕਿ ਸਾਰੇ ਪਾਪਾਂ ਦਾ ਮੁੱਢਲਾ ਪਾਪ ਘਮੰਡ ਕਰਨ ਦਾ ਪਾਪ ਹੈ। ਇਹ ਉਹ ਪਾਪ ਹੈ ਜਿਸ ਦੀ ਸ਼ੁਰੂਆਤ ਤਦ ਹੋਈ ਜਦੋਂ ਸ਼ੈਤਾਨ ਨੇ ਸੋਚਿਆ ਕਿ ਉਹ ਅਤ ਮਹਾਨ ਪਰਮੇਸ਼ਰ ਦੇ ਤੁਲ ਹੋ ਜਾਏਗਾ। ਆਪਣੇ
ਆਪ ਦਾ ਮੁੱਲ ਪਾਣਾ ਹੀ ਕਮੰਡ ਹੈ। ਅਸੀਂ ਪਰਮੇਸ਼ਰ ਦੀਆਂ ਚੇਤਾਵਨੀਆਂ ਬਾਰੇ ਜਾਣਿਆ। ਅਸੀਂ ਜਾਣਿਆ ਕਿ ਜੋ ਕੁਝ ਵੀ ਪਰਮੇਸ਼ਰ ਨੇ ਰਾਜਾ ਨਬੂਕਦਨੇਸਰ ਦੇ ਜੀਵਨ ਵਿੱਚ ਕੀਤਾ ਉਹ ਉਹਦੇ ਹੱਥ ਦੁਆਰਾ ਲਿਖਿਤ ਗਵਾਹੀ ਹੈ, ਕਿਉਂਕਿ ਦਾਨੀਏਲ ਇਸ ਦੀ ਆਪਣੀ ਪੁਸਤਕ ਦੇ ਵਿੱਚ ਵਿਆਖਿਆ ਕਰਦਾ ਹੈ। ਇਸ ਲਈ ਇਸ ਨੂੰ ਦਾਨੀਏਲ ਦਾ ਨਾਮ ਦਿੱਤਾ ਗਿਆ। ਅਸੀਂ ਜਾਣਿਆ ਕਿ ਦਾਨੀਏਲ ਨਬੀ ਦੀ ਪੁਸਤਕ ਦਾ ਚੌਥਾ ਅਧਿਆਇ ਸੁਸਮਾਚਾਰ ਦਾ ਇੱਕ ਛੋਟਾ ਗ੍ਰੰਥ ਕਿਹਾ ਜਾ ਸਕਦਾ ਹੈ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਾਣਿਆ ਕਿ ਕਿਵੇਂ ਇੱਕ ਘਮੰਡੀ ਰਾਜਾ ਪਰਮੇਸ਼ਵਰ ਦੇ ਅਚਰਜ ਕੰਮਾਂ ਨੂੰ ਵੇਖ ਕੇ ਬਦਲ ਜਾਂਦਾ ਹੈ ਅਤੇ ਦਾਨੀਏਲ ਦੇ ਪਰਮੇਸ਼ਵਰ ਦਾ ਅੰਗੀਕਾਰ ਕਰਦਾ ਹੈ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਅਸੀਂ ਇਸ ਕਹਾਣੀ ਦੇ ਕਾਰਨਾਂ ਨੂੰ ਜਾਣਿਆ। ਅਸੀਂ ਜਾਣਿਆ ਕਿ ਇਹ ਇੱਕ ਸਰਵ ਵਿਆਪਕ ਘੋਸ਼ਣਾ ਪੱਤਰ ਸੀ। ਉਸ ਦੀ ਗਵਾਹੀ ਸਾਰੇ ਦੇਸ਼ਾਂ ਦੇ ਲੋਕਾਂ ਦੇ ਲਈ ਸੀ ਜੋ ਧਰਤੀ ਦੇ ਉੱਤੇ ਵਸਦੇ ਸਨ। ਉਹ ਨਾ ਸਿਰਫ ਸਾਰੇ ਸੰਸਾਰ ਦੇ ਲੋਕਾਂ ਵਿੱਚ ਆਪਣੀ ਗਵਾਹੀ ਦੇ ਰਿਹਾ ਸੀ, ਪਰ ਇਹ ਉਹਦੀ ਵਿਅਕਤੀਗਤ ਗਵਾਹੀ ਵੀ ਸੀ। ਅਸੀਂ ਸਿੱਖਿਆ ਕਿ ਸਾਨੂੰ ਗਵਾਹੀ ਦੇਣ ਵਿੱਚ ਚੂਕ ਨਹੀਂ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਰਾਜੇ ਨੇ ਇੱਕ ਸੁਪਨਾ ਵੇਖਿਆ ਅਤੇ ਉਸ ਸੁਪਨੇ ਨੂੰ ਵੇਖ ਕੇ ਉਹ ਘਬਰਾ ਗਿਆ। ਉਹਨੇ ਆਪਣੇ ਦਰਬਾਰ ਦੇ ਜਾਦੂਗਰ, ਜੋਤਸ਼ੀ, ਗਿਆਨੀ ਅਤੇ ਸੁਪਨੇ ਦੇ ਭੇਤ ਦੱਸਣ ਵਾਲਿਆਂ ਨੂੰ ਬੁਲਾਇਆ, ਪਰ ਕੋਈ ਵੀ ਗਿਆਨੀ ਉਸ ਦੇ ਸੁਪਨੇ ਦੇ ਭੇਤ ਨੂੰ ਦੱਸ ਨਾ ਸਕਿਆ। ਫਿਰ ਅਸੀਂ ਦਾਨੀਏਲ ਬਾਰੇ ਜਾਣਿਆ ਜੋ ਪਰਮੇਸ਼ਵਰ ਦੇ ਆਤਮਾ ਦੇ ਨਾਲ ਭਰਿਆ ਹੋਇਆ ਸੀ। ਰਾਜਾ ਫਿਰ ਤੋਂ ਸੁਪਨਾ ਦੇਖਦਾ ਹੈ। ਇਸ ਤੋਂ ਬਾਅਦ ਅਸੀਂ ਇੱਕ ਵੱਡੇ ਦਰਖਤ ਦੇ ਸੁਪਨੇ ਬਾਰੇ ਜਾਣਿਆ। ਦੋਸਤੋ, ਇਸ ਦੇ ਬਾਕੀ ਹਿੱਸੇ ਨੂੰ ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਵੇਖਾਂਗੇ। ਹੁਣ ਸਾਨੂੰ ਇਜਾਜ਼ਤ ਦਿਓ, ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਿਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਇੱਕ ਵਾਰ ਫਿਰ ਤੋਂ ਕਿ ਪਿਤਾ ਪਰਮੇਸ਼ਰ ਤੁਸੀਂ ਆਪਣੇ ਵਚਨਾਂ ਦੇ ਦੁਆਰਾ ਸਾਨੂੰ ਪ੍ਰਭੂ ਜੀ ਆਸ਼ੀਸ਼ਿਤ ਕੀਤਾ, ਸਾਡੀ ਬੁੱਧੀ ਨੂੰ ਖੋਲ੍ਹਿਆ, ਸਾਨੂੰ ਸਮਝ ਪ੍ਰਦਾਨ ਕੀਤੀ ਔਰ ਖੁਦਾਵੰਦ ਅੱਜ ਅਸੀਂ ਪਿਤਾ ਪਰਮੇਸ਼ਰ ਰਾਜਾ ਨਬੂਕਦਨੇਸਰ ਦੇ ਦਰਸ਼ਨ ਬਾਰੇ ਜਾਣ ਸਕੇ। ਪਿਤਾ, ਅਸੀਂ ਜਾਣਿਆ ਕਿ ਇਹ ਉਹਦੀ ਲਿਖਿਤ ਗਵਾਹੀ ਔਰ ਸਰਵ ਵਿਆਪਕ ਘੋਸ਼ਣਾ ਸੀ। ਜਦ ਉਸਨੇ ਇਸ ਗੱਲ ਨੂੰ ਦੇਖਿਆ ਕਿ ਦਾਨੀਏਲ ਦੇ ਪਰਮੇਸ਼ਵਰ ਨੇ ਕਿਸ ਤਰ੍ਹਾਂ ਦਾਨੀਏਲ ਦੀ ਉਸ ਤੋਂ ਰੱਖਿਆ ਕੀਤੀ, ਉਸਨੇ ਪ੍ਰਭੂ ਜੀ ਤੁਹਾਡੇ ਉੱਤੇ ਵਿਸ਼ਵਾਸ ਕੀਤਾ। ਅੱਜ ਵੀ ਪਿਤਾ ਪਰਮੇਸ਼ਰ ਤੁਸੀਂ ਇਸ ਤਰੀਕੇ ਨਾਲ ਕੰਮ ਕਰ ਸਕਦੇ ਹੋ। ਪਿਤਾ, ਤੁਸੀਂ ਆਪਣੇ ਵਿਸ਼ਵਾਸੀਆਂ ਨੂੰ ਪ੍ਰਭੂ ਜੀ ਇਸਤੇਮਾਲ ਕਰ ਸਕਦੇ ਹੋ ਤਾਂ ਕਿ ਉਹ ਪਿਤਾ ਪਰਮੇਸ਼ਰ ਉਹਨਾਂ ਵੱਡੇ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਆਪਣੀ ਗਵਾਹੀ ਦੇ ਸਕਣ ਔਰ ਉਹਨਾਂ ਦੀ ਜ਼ਿੰਦਗੀ ਇਹ ਸਾਬਿਤ ਕਰ ਸਕੇ ਕਿ ਉਹ ਸੱਚੇ ਜਿੰਦਾ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਲੋਕ ਹਨ। ਪ੍ਰਭੂ, ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।